मन माया में फद रह्यो, बिसरियो गोबिंद नाम। कहो नानक बिन हर भजन, जीवन कौने काम। मन माया में फद रह्यो, बिसरियो गोबिंद नाम। कहो नानक बिन हर भजन, जीवन कौने काम। वाहिगुरु जी का खालसा, वाहिगुरु जी की फतेह। ਸ਼ਲੋਕ ਵਾਰਾਂ ਤੇ ਵਧੀਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ। ਇਸ ਲੜੀ ਦੇ ਤਹਿਤ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 30 ਨੰਬਰ ਸ਼ਲੋਕ, ਜਿਸ ਦਾ ਪਾਠ ਆਪਾਂ ਸਰਵਣ ਕੀਤਾ। ਇਸ ਸ਼ਲੋਕ ਵਿੱਚ ਗੋਬਿੰਦ ਦੇ ਨਾਮ ਨੂੰ, ਪਰਮੇਸ਼ਰ ਦੇ ਨਾਮ ਨੂੰ, ਉਸ ਮਾਲਕ ਦੀ ਬੰਦਗੀ ਨੂੰ ਭੁਲਾਉਣ ਦਾ ਜਿਹੜਾ ਮੇਨ ਕਾਰਨ ਹੈ, ਸਤਿਗੁਰੂ ਜੀ ਨੇ ਉਸ ਨੂੰ ਬਿਆਨ ਕੀਤਾ ਹੈ ਕਿ ਕੀ ਐਸੀ ਵਜ੍ਹਾ ਹੈ ਕਿ ਮਨੁੱਖ ਨੇ ਉਸ ਪਰਮਾਤਮਾ ਦਾ ਨਾਮ, ਉਹਦੀ ਯਾਦ ਭੁਲਾ ਦਿੱਤੀ ਹੈ। ਉਹ ਯਾਦ ਭੁਲਾਉਣ ਦਾ ਕਾਰਨ ਕੀ ਹੈ? ਅਤੇ ਜਦੋਂ ਉਹਦੀ ਯਾਦ ਭੁੱਲ ਗਈ, ਭਾਵ ਮਨੁੱਖ ਨੇ ਉਸ ਮਾਲਕ ਨੂੰ ਯਾਦ ਕਰਨਾ ਛੱਡ ਦਿੱਤਾ, ਅਤੇ ਇਹਦਾ ਜੀਵਨ ਦਾ ਕੋਈ ਅਰਥ ਰਹਿ ਜਾਂਦਾ ਹੈ ਜਾਂ ਨਹੀਂ ਰਹਿ ਜਾਂਦਾ, ਉਸ ਨੂੰ ਬਹੁਤ ਸੋਹਣੇ ਸ਼ਬਦਾਂ ਵਿੱਚ ਸਤਿਗੁਰੂ ਜੀ ਨੇ ਬਿਆਨ ਕੀਤਾ ਹੈ। ਮਨ ਮਾਇਆ ਮੈਂ ਫਦ ਰਹਿਓ, ਮਨ ਮਾਇਆ ਵਿੱਚ ਫਸਿਆ ਪਿਆ। ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਣੀ ਹੈ, ਨੌਵੇਂ ਪਾਤਸ਼ਾਹ ਜੀ ਦੇ ਸਲੋਕਾਂ ਵਿੱਚ ਬਹੁਤਾਤ ਗਿਣਤੀ ਵਿੱਚ ਸਲੋਕਾਂ ਵਿੱਚ ਮਾਇਆ ਸ਼ਬਦ ਆਇਆ ਹੈ ਕਿ ਇਹ ਮਨ ਮਾਇਆ 'ਚ ਫਸਿਆ ਪਿਆ ਹੈ। ਜੇ ਵਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ। ਕਿੰਨੇ ਸ਼ਬਦ ਨੇ, ਸਲੋਕ ਨੇ, ਜਿਨ੍ਹਾਂ ਵਿੱਚ ਮਾਇਆ ਸ਼ਬਦ ਬਾਰ-ਬਾਰ ਵਰਤੇ ਹੈ। ਇਹਦਾ ਮਤਲਬ ਗੁਰੂ ਸਾਹਿਬ ਸਾਡੀ ਸੁਰਤ ਵਿੱਚ ਇਹ ਗੱਲ ਪਕਾਉਣਾ ਚਾਹੁੰਦੇ ਨੇ ਵੀ ਅਸੀਂ ਕਿਤੇ ਵਿਸ਼ੇ ਨੂੰ ਸਮਝਣ ਵਿੱਚ ਕੁਤਾਹੀ ਨਾ ਕਰ ਸਕੀਏ। ਜਿਵੇਂ ਇੱਕ ਓਂਕਾਰ ਕਿੰਨੀ ਵਾਰ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵਰਤਿਆ, ਲਿਖਿਆ। ਇੱਕ ਵਾਰ, 2 ਵਾਰ, 3 ਵਾਰ, 100 ਵਾਰ, 200 ਵਾਰ ਲਿਖਦੇ, 567 ਵਾਰ ਲਿਖਿਆ ਹੈ, ਤਾਂ ਕਿ ਸਾਡੀ ਸੁਰਤ ਵਿੱਚ ਇਹ ਗੱਲ ਘਰ ਕਰ ਜਾਏ, ਪੱਕ ਕਰ ਜਾਵੇ, ਇੱਕ ਹੀ ਹੈ ਅਤੇ ਤੂੰ ਉਹਦਾ ਹਿੱਸਾ ਹੈ। ਮਾਇਆ ਨੂੰ ਵੀ ਹਰ ਐਂਗਲ ਤੋਂ ਬਿਆਨ ਕੀਤਾ ਵੀ ਕਿਤੇ ਅਸੀਂ ਅਧੂਰੇ ਅਰਥ ਨਾ ਸਮਝ ਲਈਏ ਵੀ ਸਮਾਜ ਵਿੱਚ ਇਸ ਚੀਜ਼ ਦੀ ਜ਼ਰੂਰਤ ਹੈ, ਇਸ ਤੋਂ ਬਿਨਾਂ ਸੰਸਾਰ ਚੱਲ ਨਹੀਂ ਸਕਦਾ। ਜਦੋਂ ਕੋਈ ਦੇਸ਼ ਬਣਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਕਰੰਸੀ ਛਾਪਦੇ ਨੇ, ਪੈਸੇ ਦਾ ਲੈਣ ਦੇਣ ਹੁੰਦਾ ਹੈ। ਸੰਸਾਰ ਦੇ ਅੰਦਰ ਮਨੁੱਖ ਤਾਂ ਹੀ ਤਰੱਕੀ ਕਰਦਾ ਹੈ। ਸਮਾਜ ਵਿੱਚ ਮਨੁੱਖ ਬਚਪਨ ਤੋਂ ਲੈ ਕੇ ਬੁਢੇਪੇ ਤੱਕ ਟਾਰਗੇਟ ਮਿਲਦਾ ਹੈ ਕਿ ਮੈਂ 4 ਛਿੱਲੜ ਕਮਾਵਾਂ, ਉਹਦੇ ਨਾਲ ਮੈਂ ਆਪਣੇ ਸਮਾਜ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਸਹੂਲਤਾਂ ਦੇ ਸਕਾਂ ਅਤੇ ਸਮਾਜ ਵਿੱਚ ਮੈਂ ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜੂ ਸਕਾਂ। ਹੁਣ ਪਾਤਸ਼ਾਹ ਜੀ ਇੱਥੇ ਗੱਲ ਮਨ ਦੀ ਮਾਇਆ ਦੀ ਕਰ ਰਹੇ, ਜਿਹੜੀ ਮਨ ਦੀ ਮਾਇਆ ਹੈ, ਕਿਉਂਕਿ ਤਨ ਦੀ ਮਾਇਆ ਹੋ ਰਹੀ, ਜਿਹੜੀ ਤਨ ਦੇ ਕੰਮ ਆਉਣ ਵਾਲੀ, ਉਹ ਕਿਸੇ ਦੇਸ਼ ਨੇ ਕਰੰਸੀ ਛਾਪੀ। ਵੇਖੋ ਫਰਕ ਵੇਖੋ ਹੁਣ ਕੀ ਹੈ। ਜਿਹੜੀ ਤਨ ਦੇ ਕੰਮ ਆਉਣ ਵਾਲੀ ਮਾਇਆ ਹੈ ਨਾ, ਉਹ ਕਰੰਸੀ ਕਿਸੇ ਦੇਸ਼ ਨੇ ਛਾਪੀ ਹੈ, ਇਹ ਵਰਤਦਾ ਹੈ। ਅਨਾਜ ਕਿਸੇ ਕਿਸਾਨ ਨੇ ਫਸਲ ਪੈਦਾ ਕੀਤੀ ਹੈ, ਤਿਆਰ ਕਿਸੇ ਨੇ ਕੀਤਾ ਹੈ, ਖਾਧਾ ਇਸ ਨੇ। ਜਿਹੜਾ ਤਨ ਦੀ ਗੱਲ ਆਪਾਂ ਕਰਦੇ ਹਾਂ। ਕੱਪੜਾ ਕਿਸੇ ਨੇ ਬਣਾਇਆ ਹੈ, ਸਿਲਾਈ ਕਿਸੇ ਨੇ ਕੀਤੀ ਹੈ, ਤਨ 'ਤੇ ਇਹਨੇ ਪਾਇਆ। ਪਰ ਜਿਹੜੀ ਇੱਥੇ ਮਾਇਆ ਦੀ ਗੱਲ ਹੋ ਰਹੀ ਹੈ, ਇਹ ਕਰੰਸੀ ਤਿਆਰ ਵੀ ਮਨ ਨੇ ਕੀਤੀ ਹੈ। ਇਹਦੀ ਫੈਕਟਰੀ ਵੀ ਮਨੁੱਖ ਦੇ ਅੰਦਰ ਹੀ ਹੈ। ਹੁਣ ਇਹ ਮਾਇਆ ਮਨੁੱਖ ਦੇ ਅੰਦਰ ਹੀ ਤਿਆਰ ਹੋਈ ਹੈ ਨਾ। ਈਰਖਾ, ਬੁਰਾਈ, ਵਾਸ਼ਨਾਵਾਂ, ਇਹ ਮਾਇਆ ਹੈ ਮਨ ਦੀ, ਅਤੇ ਮਨ ਇਹਦੇ ਵਿੱਚ ਫਸਿਆ ਪਿਆ ਹੈ। ਕਾਮ, ਕ੍ਰੋਧ, ਲੋਭ, ਮੋਹ, ਮਨ ਲੀਨਾ, ਮਨ ਇਹਨਾਂ ਵਿੱਚ ਲੀਨ ਹੋਇਆ ਪਿਆ। ਇਸ ਨੂੰ ਬਾਣੀ 'ਚ ਬੰਧਨ ਵੀ ਆਖਿਆ, ਮਾਇਆ ਵੀ ਆਖਿਆ, ਅਤੇ ਬੰਧਨ ਕਾਟ ਮੁਕਤ ਗੁਰ ਕੀਨਾ। ਹੁਣ ਇੱਥੇ ਪਾਸ਼ਾ ਕਹਿੰਦੇ ਮਨ ਮਾਇਆ ਮੈਂ ਫਦ ਰਹਿਓ, ਮਨ ਮਾਇਆ ਵਿੱਚ ਫਸਿਆ ਪਿਆ ਹੈ, ਜਕੜਿਆ ਪਿਆ ਹੈ। ਵਿਸਰਿਓ ਗੋਬਿੰਦ ਨਾਮ, ਇਸ ਕਰਕੇ ਇਹਨੂੰ ਗੋਬਿੰਦ ਦਾ ਨਾਮ ਵਿਸਰ ਗਿਆ। ਇਹਨਾਂ ਮਾਲਕ ਨੂੰ ਆਪਣੀ ਜ਼ਿੰਦਗੀ 'ਚੋਂ ਭੁਲਾ ਦਿੱਤਾ ਹੈ। ਮਾਲਕ ਨੂੰ ਭੁਲਾਉਣ ਕਰਕੇ ਇਹ
ਨਾਲ ਹੀ ਡੈਡ ਹੋ ਗਿਆ, ਕਿਉਂਕਿ ਆਖਾਂ ਜੀਵਾਂ ਸੀ ਨਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਦਾ ਸੀ ਤੇ ਜਿਉਂਦਾ ਸੀ, ਵਿਸਰ ਗਿਆ ਤੇ ਨਾਲ ਹੀ ਮੌਤ ਹੋ ਗਈ। ਅੱਛਾ, ਕਮਾਲ ਦੀ ਗੱਲ ਹੈ, ਮੌਤ ਇਹਦੀ ਗੁਣਾਂ ਵੱਲੋਂ ਹੋਈ ਆ, ਔਗੁਣਾਂ ਵੱਲ ਤੇ ਜਿਉ ਰਿਹਾ ਏ। ਦੇਖੋ, ਮੌਤ ਇੱਕ ਬੰਨੇ ਹੋਣੀ ਆ, ਜਦੋਂ ਬੁਰਾਈ ਵੱਲੋਂ ਮੌਤ ਹੋਣੀ ਤੇ ਫਿਰ ਚੰਗਿਆਈ ਵਾਲੇ ਬੰਨੇ ਜਨਮ ਹੋਣਾ ਇਹਦਾ। ਜਦੋਂ ਚੰਗਿਆਈ ਵਾਲੇ ਬੰਨੇ ਉਹ ਡੈਡ ਹੋਣਾ ਇਹਨੇ, ਤੇ ਬੁਰਾਈ ਵਾਲੇ ਬੰਨੇ ਜਿਉਂਦਾ ਹੈ। ਜਦੋਂ ਮਨੁੱਖ ਨਸ਼ਾ ਕਰਦਾ ਹੈ, ਘਰਦਿਆਂ ਵੱਲੋਂ ਡੈਡ ਹੁੰਦਾ ਹੈ, ਜਿਨ੍ਹਾਂ ਦਾ ਨਸ਼ਾ ਵਿਕ ਰਿਹਾ ਉਹਨਾਂ ਵਾਸਤੇ ਤੇ ਉਹ ਜਿਉਂਦਾ ਹੈ, ਉਹਨਾਂ ਵਾਸਤੇ ਤੇ ਬਹੁਤ ਵੱਡਾ ਕਸਟਮਰ ਹੈ। ਜੁਆਰੀਆ ਬੰਦਾ ਪਰਿਵਾਰ ਵਾਸਤੇ, ਜਦੋਂ ਪਰਿਵਾਰ ਦਾ ਪੈਸਾ ਜਾ ਕੇ ਜੂਏ 'ਚ ਹਾਰਦਾ, ਉਹ ਇਹਨਾਂ ਵੱਲੋਂ ਡੈਡ ਆ, ਉਹਨਾਂ ਵਾਸਤੇ ਤੇ ਜਿਉਂਦਾ ਹੈ। ਹਾਂ, ਉਹਨਾਂ ਵੱਲੋਂ ਉਦੋਂ ਡੈਡ ਹੋਏਗਾ ਜਦੋਂ ਉਹ ਆਦਤ ਛੱਡ ਦੇਵੇਗਾ। ਫਿਰ ਉਹ ਡੀਕਣਗੇ ਵੀ ਅੱਜ ਸਾਡਾ ਨਸ਼ਾ ਪੀਣ ਵਾਲਾ ਨਹੀਂ ਆਇਆ, ਨਸ਼ਾ ਵੇਚਣ ਵਾਲਾ ਨਹੀਂ ਆਇਆ, ਅੱਜ ਸਾਡਾ ਜੂਆ ਖੇਡਣ ਵਾਲਾ ਨਹੀਂ ਆਇਆ, ਕਿਉਂਕਿ ਉੱਧਰੋਂ ਅੱਜ ਮਰ ਗਿਆ, ਹੁਣ ਇੱਧਰ ਜਨਮ ਹੋ ਗਿਆ। ਹੁਣ ਆਖਾਂ ਜੀਵਾਂ, ਜਦੋਂ ਮੈਂ ਮਾਲਕ ਨੂੰ ਯਾਦ ਕਰਨਾ, ਰੱਬੀ ਗੁਣਾਂ ਮੁਤਾਬਕ ਜੀਵਨ ਜਿਉਂਦਾ, ਤੇ ਮੈਂ ਜਿਉਂਦਾ ਹਾਂ ਆਤਮਿਕ ਤੌਰ 'ਤੇ, ਤੇ ਵਕਾਰਾਂ ਵੱਲੋਂ ਮਰ ਜਾਣਾ। ਪਰ ਵਿਸਰੈ, ਜਦੋਂ ਮੈਨੂੰ ਭੁੱਲ ਜਾਂਦਾ, ਮਰ ਜਾਉਂ, ਫਿਰ ਮੇਰੀ ਮੌਤ ਇੱਧਰੋਂ ਮੌਤ ਹੋ ਜਾਂਦੀ ਹੈ, ਮੇਰੀ ਉੱਧਰ ਮੇਰਾ ਜਨਮ ਹੋ ਜਾਂਦਾ ਹੈ। ਔਗੁਣਾਂ ਵਿੱਚ ਮਨੁੱਖ ਜ਼ਿੰਦਗੀ ਜਿਉਂਦਾ ਹੈ, ਉਹਨਾਂ ਵਿੱਚ ਫਿਰ ਆਪਣੇ ਆਪ ਨੂੰ ਮਸਤ। ਇਸੇ ਨੂੰ ਤੇ ਆਖਿਆ ਸੀ ਕਿ ਮਨੁੱਖ ਨੇ ਆਪਣੀ ਜ਼ਿੰਦਗੀ ਵਿੱਚ ਇਹ ਕੀ ਬਣਾਇਆ, ਕੁੱਦਮ ਕਰੇ ਪਛ ਪੰਖੀਆ। ਕੁੱਦਮ ਦਾ ਅਰਥ ਕਲੋਲਾਂ ਹੈ। ਦਿਸੇ ਨਾ ਹੀ ਕਾਲ। ਵੇਖੋ, ਪਸ਼ੂ ਪੰਛੀਆਂ ਨੂੰ ਤੇ ਕਾਲ ਨਹੀਂ ਦਿਸਦਾ, ਉਹ ਤੇ ਕਲੋਲਾਂ ਕਰਨ, ਪਰ ਉੱਥੇ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ। ਮਨੁੱਖ ਵੀ ਉਸੇ ਮਾਇਆ ਜਾਲ ਵਿੱਚ ਫਸਿਆ ਪਿਆ। ਕੁੱਦਮ ਕਰੇ ਪਛ ਪੰਖੀਆ, ਦਿਸੇ ਨਾ ਹੀ ਕਾਲ, ਉੱਥੇ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ। ਫਾਥੇ ਸੇ ਹੀ ਨਿਕਲੇ ਜੇ ਗੁਰ ਕਾ ਨਾਮ ਸੰਭਾਲ, ਜਿਨ੍ਹਾਂ ਨੇ ਗੁਰੂ ਦਾ ਨਾਮ, ਗੁਰੂ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਇਆ। ਤਾਂ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ, ਮਨ ਮਾਇਆ ਮੈਂ ਫਦ ਰਹਿ, ਮਨ ਮਾਇਆ ਵਿੱਚ ਫਸਿਆ ਪਿਆ, ਖੁੱਭਿਆ ਪਿਆ। ਵਿਸਰਿਓ ਗੋਬਿੰਦ ਨਾਮ, ਗੋਬਿੰਦ ਦਾ ਨਾਮ। ਹੁਣ ਜੇ ਗੋਬਿੰਦ ਦਾ ਨਾਮ ਨਾ ਵਿਸਰਦਾ, ਫਿਰ ਮਨ ਨੇ ਮਾਇਆ ਵਿੱਚ ਫਸਣਾ ਨਹੀਂ ਸੀ। ਫਸਣ ਕਰਕੇ ਅੱਜ ਹੁਣ ਤੁਸੀਂ ਵੇਖਿਓ, ਅਕਸਰ ਸਵਾਲ ਕਰਨਗੇ, ਵੇਖੋ ਜੀ, ਪਹਿਲਾਂ ਤਾਂ ਬੰਦਾ ਨਾ ਆਪਣੀਆਂ ਪਰੇਸ਼ਾਨੀਆਂ ਦੱਸਦਾ, ਮੈਨੂੰ ਅੱਜ ਆਪਣੀ ਪਰਿਵਾਰ ਵਿੱਚ, ਸਮਾਜ ਵਿੱਚ, ਲੈਣ ਦੇਣ ਵਿੱਚ ਮੈਨੂੰ ਆਹ ਪਰੇਸ਼ਾਨੀਆਂ ਆ ਰਹੀਆਂ ਨੇ। ਤੁਸੀਂ ਕਦੀ ਕਿਸੇ ਬੰਦੇ ਦੇ ਕੋਲ ਬਹਿ ਕੇ ਵੇਖਿਓ, ਤੁਹਾਨੂੰ ਬੰਦਾ 15-20 ਪਰੇਸ਼ਾਨੀਆਂ ਆਪਣੀ ਜ਼ਿੰਦਗੀ ਨਾਲ ਦੱਸਣ ਤੋਂ ਬਾਅਦ ਪਤਾ ਕਹੇਗਾ, ਬੜੀ ਕੋਸ਼ਿਸ਼ ਕਰਦਾ ਜੀ ਬਾਣੀ ਪੜ੍ਹਨ ਦੀ, ਪਰ ਮਨ ਨਹੀਂ ਟਿਕਦਾ। ਵੀ ਮਨ ਖਾਲੀ ਕਿੱਥੇ ਦਾ ਟਿਕਣਾ? ਪਰੇਸ਼ਾਨੀਆਂ ਤੋਂ ਮੁਕਤ ਹੋਏਗਾ ਤੇ ਮਨ ਟਿਕੇਗਾ ਨਾ। ਪਰੇਸ਼ਾਨੀਆਂ ਜਿਹੜੀਆਂ ਬੰਦੇ ਨੂੰ ਟਿਕਣ ਨਹੀਂ ਦਿੰਦੀਆਂ ਇੱਕ ਥਾਂ 'ਤੇ। ਹੁਣ ਮਨ ਫਸਿਆ ਪਿਆ ਹੈ ਮਾਇਆ ਵਿੱਚ, ਮਨ ਫਸਿਆ ਪਿਆ ਵਕਾਰਾਂ ਵਿੱਚ, ਤੇ ਗੋਬਿੰਦ ਦਾ ਨਾਮ ਤੇ ਭੁੱਲਣਾ ਹੀ ਭੁੱਲਣਾ ਸੀ। ਤੇ ਫਿਰ ਹੁਣ ਸਵਾਲ ਪੈਦਾ ਹੋ ਗਿਆ ਵੀ ਜੇ ਗੋਬਿੰਦ ਦਾ ਨਾਮ ਭੁੱਲਿਆ ਹੈ, ਤੇ ਫਿਰ ਰਾਮ ਰਾਮ ਕੌਣ ਕਰ ਰਿਹਾ ਸੀ? ਕਰ ਰਿਹਾ ਬੰਦਾ ਜਿਨ੍ਹਾਂ ਦੇ ਮਨ ਮਾਇਆ ਵਿੱਚ ਫਸੇ ਪਏ, ਉਹ ਵੀ ਗੋਬਿੰਦ ਗੋਬਿੰਦ ਕਰ ਰਿਹਾ, ਉਹ ਵੀ ਰਾਮ ਰਾਮ ਕਰ ਰਿਹਾ, ਅੱਲਾ ਅੱਲਾ ਕਰ ਰਿਹਾ, ਵਾਹਿਗੁਰੂ ਵਾਹਿਗੁਰੂ ਕਰ ਰਿਹਾ। ਪਰ ਕਿੱਦਾਂ ਕਰ ਰਿਹਾ? ਭਰਾ, ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਕਿਰਿਆਚਾਰ ਕਰੇ ਖਟ ਕਰਮਾ, ਕਰ ਰਹੇ ਨੇ। ਮਨ ਫਸਿਆ ਪਿਆ ਵਾ ਤੇ ਕਿਰਿਆਚਾਰ ਧਾਰਮਿਕ ਰਸਮਾਂ ਨਿਭਾ ਰਹੇ ਨੇ। ਕਿਰਿਆਚਾਰ ਕਰੇ ਖਟ ਕਰਮਾ, ਇਹ ਤਰਾਤੇ ਸੰਸਾਰੀ। ਸੰਸਾਰੀ ਲੋਕ ਜਿਹੜੇ ਇਹਨਾਂ ਕੰਮਾਂ ਵਿੱਚ ਖੁੱਭੇ ਪਏ ਨੇ। ਅੰਤਰ ਮੈਲ ਨਾ ਉਤਰੇ ਹਉਮੈ, ਮਨ ਮਾਇਆ ਵਿੱਚ ਫਸ ਰਹੇ ਹੋ, ਇੱਦਾਂ ਮਨ ਫਸਿਆ ਪਿਆ। ਅੰਤਰ ਮੈਲ ਨਾ ਉਤਰੇ ਹਉਮੈ, ਬਿਨ ਗੁਰ ਬਾਜੀ ਹਾਰੀ। ਬਿਨਾਂ ਗੁਰੂ ਤੋਂ ਮਨੁੱਖ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਜਾਂਦਾ। ਜਿਵੇਂ ਆਪਾਂ ਕਹਿੰਦੇ ਹੁਣ ਬੰਦਾ ਬਾਜੀ ਹਾਰ ਗਿਆ, ਅੱਜ ਜੂਏ 'ਚ ਆਪਣਾ ਸਭ ਕੁਝ ਹਾਰ ਗਿਆ। ਬਿਨ ਗੁਰ ਬਾਜੀ ਹਾਰੀ, ਮੇਰੇ ਠਾਕੁਰ ਰੱਖ ਲੇਵੋ ਕਿਰਪਾ ਧਾਰੀ। ਹੇ ਮੇਰੇ ਠਾਕੁਰ, ਹੇ ਮੇਰੇ ਮਾਲਕ ਜੀ, ਰੱਖ ਲੇਵੋ, ਮੈਨੂੰ ਬਚਾ ਲੇਵੋ, ਕਿਰਪਾ ਦੇ ਘਰ 'ਚ ਆਣ ਕੇ ਮੈਨੂੰ ਬਚਾ ਲਓ। ਕੋਟ ਮੱਧੇ ਕੋ ਵਿਰਲਾ ਸੇਵਕ, ਕਰੋੜਾਂ ਵਿੱਚੋਂ ਕੋ ਸੇਵਕ ਵਿਰਲਾ ਹੀ ਆ, ਬਾਕੀ ਹੋਰ ਸਗਲੇ ਵਿਹਾਰੀ, ਬਾਕੀ ਤੇ ਵਿਹਾਰੀ ਨੇ। ਸਾਸਤ ਵੇਦ ਸਿਮਰਤ ਸਭ ਸੋਧੇ, ਸਭ ਏਕਾ ਬਾਤ ਪੁਕਾਰੀ। ਬੜੇ ਧਾਰਮਿਕ ਗ੍ਰੰਥ ਪੜ੍ਹ ਕੇ ਵੇਖੇ, ਧਾਰਮਿਕ ਗ੍ਰੰਥਾਂ ਦੀ ਸਟੱਡੀ ਕਰਕੇ ਵੇਖੀ, ਪਰ ਸਾਰਿਆਂ ਦੇ ਜਿਹੜੇ ਵਿਚਾਰ ਆ ਨਾ, ਉਹ ਇੱਕੋ ਹੀ ਆ। ਕਿਹੜੇ ਆ? ਬੇਦਕੀ ਪੁੱਤਰੀ ਸਿਮਰਤੀ ਭਾਈ, ਸਾਂਕਲ ਜੇਵਰੀ ਲੈ ਆਈ। ਜੇ ਮਨ ਮਾਇਆ 'ਚ ਫਸਿਆ ਪਿਆ ਵਾ, ਤੇ ਜੇ ਮੈਂ ਮਾੜੇ ਮੋੜ ਕੇ ਇਹਨਾਂ ਗ੍ਰੰਥਾਂ ਦਾ ਪਾਠ ਕੀਤਾ, ਤੇ ਇਹ ਮੈਨੂੰ ਕਰਮਕਾਂਡਾਂ 'ਚ ਹੋਰ ਫਸਾ ਰਹੇ ਨੇ। ਕਿਉਂਕਿ ਬੇਦਕੀ ਪੁੱਤਰੀ ਸਿਮਰਤੀ ਭਾਈ ਆ, ਬੇਦਾਂ ਵਿੱਚੋਂ ਸਿਮਰਤੀਆਂ ਨਿਕਲੀਆਂ ਵਾ। ਉਹ ਕੀ ਲੈ ਕੇ ਆਈਆਂ? ਸਾਂਕਲ ਜੇਵਰੀ ਲੈ ਆਈ। ਸੰਸਾਰ ਲਈ ਸੰਗਲ ਤੇ ਜੰਜੀਰਾਂ ਹੀ ਨੇ। ਅੱਜ ਸੰਗਲਾਂ 'ਚ ਵੱਜੇ ਹੋਏ ਬੰਦੇ ਕਰਮਕਾਂਡ ਕਰ ਰਹੇ ਨੇ। ਕਿਹਦਾ ਦਿਲ ਕਰਦਾ ਜੀ ਤੜਕੇ ਉੱਠ ਕੇ ਜਾ ਕੇ ਨਹਿਰ ਦੇ ਕੰਢੇ 'ਤੇ ਸਮੱਗਰੀ ਸੁੱਟਣ ਨੂੰ? ਸਮੱਗਰੀ ਵੀ ਮੁੱਲ ਆਉਣੀ ਹੈ, ਨੀਂਦ ਵੀ ਤਿਆਗਣੀ ਪੈਣੀ ਹੈ, ਪਰ ਸੰਗਲ ਵੱਜਾ ਹੋਇਆ ਨਾ ਕਰਮਕਾਂਡ ਦਾ।
ਕਿਹਦਾ ਦਿਲ ਕਰਦਾ ਪਤੀ ਮਰਨ ਤੋਂ ਬਾਅਦ ਪਤਨੀ ਜਾ ਕੇ ਚਿਖਾ ਸੜੇ, ਪਰ ਸਾਂਕਲ ਜੇਵਰੀ ਲੈ ਆਈ। ਵੇਖੋ ਅੱਜ ਸਾਡਾ ਸਮਾਜ ਕਿੱਥੇ ਖਲੋਤਾ ਹੋਇਆ। ਧਰਮ ਦੇ ਨਾਂ 'ਤੇ ਬਲੀਆਂ ਦਿੱਤੀਆਂ ਜਾ ਰਹੀਆਂ ਨੇ, ਤਿਲਕ ਲਾਏ ਜਾ ਰਹੇ ਨੇ ਸ਼ਸਤਰਾਂ ਨੂੰ। ਕਿੰਨਾ ਕੁਝ ਹੋ ਰਿਹਾ ਸਮਾਜ ਦੇ ਵਿੱਚ, ਕਿੰਨਾ ਉਪੱਦਰ। ਧਰਮ ਦੇ ਨਾਂ ਤੁਸੀਂ ਵੇਖੋ ਕਿੱਦਾਂ ਛੋਟੇ ਛੋਟੇ ਬੱਚਿਆਂ ਦੀ ਛਾਤੀ 'ਤੇ ਖਲੋ ਕੇ ਅਖੌਤੀ ਧਾਰਮਿਕ ਲੋਕ ਰੱਬ ਦੀ ਪੂਜਾ ਦਾ ਨਾਟਕ ਆਪਾਂ ਇੰਟਰਨੈਟ 'ਤੇ ਆਏ ਦਿਨ ਵੇਖਦੇ ਪਏ ਹਾਂ। ਪੁੱਤਰਾਂ ਦੀ ਪ੍ਰਾਪਤੀ ਵਾਸਤੇ ਕਿੱਦਾਂ ਉੱਚਿਆਂ ਪਹਾੜਾਂ ਤੋਂ। ਇੱਕ ਦਿਨ ਮੈਂ ਇੱਕ ਨੈੱਟ 'ਤੇ ਵੀਡੀਓ ਵੇਖ ਰਿਹਾ ਸੀ, ਉੱਥੇ ਪਤਾ ਨਹੀਂ ਕਿਹੜੇ ਕਿਸੇ ਨੇ ਸ਼ੋਸ਼ਾ ਛੱਡਿਆ ਜਾਂ ਕੀ ਹੈ ਰੱਬ ਜਾਣੇ, ਵੀ ਉੱਥੋਂ ਇੱਕ ਹਸਬੈਂਡ ਆਪਣੀ ਵਾਈਫ ਨੂੰ ਜਾਂ ਔਰਤਾਂ ਔਰਤ ਨੂੰ ਮਤਲਬ ਘਸੀਟ ਰਹੀਆਂ ਸਨ। ਕਾਹਦੇ ਲਈ ਜੀ? ਇਹ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ। ਮਤਲਬ ਇਹ ਲੋਕ ਤੁਹਾਨੂੰ ਚੈੱਕ ਕਰ ਕਰ ਵਹਿੰਦੇ ਆ ਵੀ ਜਿਹੜੇ ਲੋਕ ਇਹ ਕਰ ਰਹੇ ਆ ਇਹਨਾਂ ਤੇ ਰਾਜ ਕਰਨਾ ਤੇ ਬਹੁਤਾ ਹੀ ਸੌਖਾ ਵਾ, ਇਹਨਾਂ ਤੇ ਤਾਂ ਕਾਠੀ ਪਾਉਣੀ ਬਹੁਤ ਸੌਖੀ ਹੈ। ਜਿਹੜੇ ਲੋਕ ਧਰਮ ਦੇ ਨਾਂ 'ਤੇ ਇੱਦਾਂ ਦੇ ਅਡੰਬਰ ਰਚ ਰਹੇ ਆ, ਜਿਹੜੇ ਲੋਕ ਇਹੋ ਜਿਹਾ ਕਰਮ ਕਾਂਡ ਕਰ ਰਹੇ ਆ, ਅਸੀਂ ਦੋਨੋਂ ਪੱਖਾਂ ਤੋਂ ਮਾਰ ਖਾ ਰਹੇ ਹਾਂ। ਅਸੀਂ ਤੇ ਜਿਹੜੇ ਸ਼ਰਾਬ ਦੀਆਂ ਬੋਤਲਾਂ 'ਤੇ ਵਿਕਣ ਵਾਲੇ ਲੋਕ ਆ, ਉਹ ਕਿੱਦਾਂ ਜਾ ਕੇ ਤੁਸੀਂ ਵੇਖੋ ਵੋਟਾਂ ਵੇਲੇ ਕਿੱਦਾਂ ਮਤਲਬ ਕਿਹਨਾਂ ਨੂੰ ਲੀਡਰ ਚੁਣ ਲੈਂਦੇ ਆ, ਅਤੇ ਜਿਹੜੇ ਲੋਕ ਇੱਦਾਂ ਦੇ ਕਰਮ ਕਾਂਡ ਕਰਦੇ ਪਏ ਨੇ, ਮਾਰ ਕੇ ਵੇਖੋ ਸੰਸਾਰ ਦੀ ਹਾਲਤ ਕਿੱਥੇ ਖਲੋਤੀ ਪਈ। ਹੁਣ ਇੱਥੇ ਸਾਸਤ ਵੇਦ ਸਿਮਰਤ ਸਭ ਸੋਧੇ ਸਭ ਏਕਾ ਬਾਤ ਪੁਕਾਰੀ, ਬਿਨ ਗੁਰ ਮੁਕਤ ਨਾ ਕੋ ਪਾਵੇ। ਬਿਨਾਂ ਗੁਰੂ ਤੋਂ ਕਿਸੇ ਨੂੰ ਵੀ, ਕਿਉਂਕਿ ਮਨ ਮਾਇਆ ਮੇ ਫਸ ਰਹੇ ਹੋਏ ਨਾ, ਬਿਨ ਗੁਰ ਮੁਕਤ ਨਾ ਕੋ ਪਾਵੇ। ਮਨ ਵੇਖੋ ਕਰ ਵਿਚਾਰੀ, ਮਨ ਵਿੱਚ ਇਸ ਗੱਲ ਦੀ ਵਿਚਾਰ ਕਰਕੇ ਵੇਖ ਲਓ ਭਾਈ, ਬਿਨਾਂ ਗੁਰੂ ਤੋਂ ਕਿਸੇ ਨੇ ਮੁਕਤੀ ਨਹੀਂ ਪ੍ਰਾਪਤ ਕੀਤੀ। ਹੁਣ ਇੱਥੇ ਸ਼ਬਦ ਵਰਤਿਆ ਮਨ ਮਾਇਆ ਮੇ ਫਸ ਰਹੇ ਹੋ। ਮਨ ਮਾਇਆ ਵਿੱਚ ਫਸਿਆ ਪਿਆ, ਖੁੱਭਿਆ ਪਿਆ। ਹੁਣ ਮਾਇਆ ਦੀ ਆਪਾਂ ਮੇਰੇ ਖਿਆਲ 'ਚ ਡੈਫੀਨੇਸ਼ਨ ਬਿਲਕੁਲ ਕਲੀਅਰ ਕਰ ਚੁੱਕੇ ਹਾਂ, ਹਰ ਇੱਕ ਨੂੰ ਪਤਾ ਲੱਗਾ ਮਾਇਆ ਦਾ ਅਰਥ ਤੇ ਵਕਾਰ ਹੈ। ਮਾਇਆ ਦਾ ਅਰਥ ਕਿਉਂਕਿ ਮਨ ਦੀ ਮਾਇਆ ਹੋ ਰਿਹਾ, ਤਨ ਦੀ ਮਾਇਆ ਹੋ ਰਿਹਾ। ਤਨ ਦੇ ਕੰਮ ਆਉਣ ਵਾਲੀ ਮਾਇਆ ਕਰੰਸੀ ਲਾ ਲਓ ਤੁਸੀਂ, ਅਤੇ ਮਨ ਦੇ ਆਉਣ ਵਾਲੀ ਕੰਮ ਜਿਹੜੀ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਸ਼ੇ, ਵਕਾਰ, ਔਗਣ। ਨਾਨਕ ਅਵਗੁਣ ਜੇਤੜੇ ਤੇਤੇ ਗਲੇ ਜੰਜੀਰ। ਜਿੰਨੇ ਔਗਣ ਨੇ ਉਨੀਆਂ ਜੰਜੀਰਾਂ। ਜੇ ਗੁਣ ਹੋਵਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਜੇ ਗੁਣ ਹੋਣਗੇ ਤਾਂ ਇਹਨਾਂ ਔਗਣਾਂ ਦੀਆਂ ਜੰਜੀਰਾਂ ਕੱਟੀਆਂ ਜਾ ਸਕਦੀਆਂ। ਇੰਝ ਕਹਿ ਲਓ ਵੀ ਗੁਣ ਮਨੁੱਖ ਦੇ ਭਾਈ ਵੀਰ ਭਰਾ ਵਾ, ਮਿੱਤਰ ਵਾ, ਅਤੇ ਔਗਣ ਮਨੁੱਖ ਦੇ ਸਭ ਤੋਂ ਵੱਡੇ ਦੁਸ਼ਮਣ ਵਾ। ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ ਮਨ ਮਾਇਆ ਮੈਂ ਫਸ ਰਹੇ ਹੋ, ਬਿਸਰਿਓ ਗੋਬਿੰਦ ਨਾਮ। ਮਨ ਮਾਇਆ 'ਚ ਫਸਣ ਕਰਕੇ ਗੋਬਿੰਦ ਦਾ ਨਾਮ ਭੁੱਲ ਗਿਆ। ਭਾਵ ਮਨੁੱਖ ਨੇ ਆਪਣੀ ਜ਼ਿੰਦਗੀ 'ਚੋਂ ਗੋਬਿੰਦ ਨੂੰ ਆਪਣੀ ਜ਼ਿੰਦਗੀ 'ਚੋਂ ਮਨਫੀ ਕਰਤਾ, ਭੁਲਾ ਦਿੱਤਾ, ਲੜ ਛੱਡਤਾ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਜਿਹੜੇ ਗੋਪਾਲ ਦੇ ਗੁਣ ਗਾਉਣੇ ਸੀ ਨਾ, ਉਹ ਆਪਣੀ ਜ਼ਿੰਦਗੀ 'ਚ ਉਹਨੇ ਛੱਡ ਦਿੱਤੇ। ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਕਹੋ ਨਾਨਕ ਬਿਨ ਹਰ ਭਜਨ। ਹੇ ਨਾਨਕ ਆਖ ਬਿਨਾਂ ਹਰੀ ਦੇ ਭਜਨ ਤੋਂ। ਜੇ ਇਹਨੇ ਗੋਬਿੰਦ ਦਾ ਨਾਮ ਛੱਡਿਆ ਨਾ, ਤੇ ਹੁਣ ਇਹਦਾ ਅਸਰ ਵੇਖੋ ਕੀ ਪੈਣਾ ਹੈ। ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕਾਮ। ਜੀਵਨ ਇਹਦਾ ਕਿਸ ਕੰਮ ਰਹਿ ਗਿਆ? ਇਹਦਾ ਮਤਲਬ ਜੀਵਨ ਮੇਨ ਟਾਰਗੇਟ ਤੇਰਾ ਇਹ ਸੀ ਨਾ। ਜਿਵੇਂ ਭਗਤ ਫਰੀਦ ਜੀ ਦੇ ਆਪਾਂ ਸਲੋਕਾਂ ਜਦੋਂ ਸ਼ਬਦਾਂ ਦਾ ਪਾਠ ਕਰਦੇ, ਉਹ ਕਹਿੰਦੇ ਨੇ ਬੋਲੇ ਸ਼ੇਖ ਫਰੀਦ। ਸ਼ੇਖ ਫਰੀਦ ਜੀ ਬੋਲਦੇ ਨੇ ਪਿਆਰੇ ਅੱਲਾ ਲੱਗੇ, ਹੇ ਪਿਆਰੇ ਜੀਵ ਅੱਲਾ ਨਾਲ ਲੱਗ ਜਾ, ਅੱਲਾ ਨਾਲ ਜੁੜ ਜਾ। ਇਹ ਤਨ ਉਸੀ ਖਾਕ, ਇਹ ਤਨ ਖਾਕ ਦੀ ਢੇਰੀ ਹੈ, ਨਿਮਾਣੀ ਗੌਰ ਕਰੇ। ਜੇ ਤੂੰ ਅੱਲਾ ਨਾਲ ਲੱਗੇਗਾ ਤੇ ਤੇਰੇ ਜੀਵਨ ਦੀ ਵੈਲਿਊ। ਜੇ ਤੂੰ ਅੱਲਾ ਨੂੰ ਛੱਡ ਦਿੱਤਾ ਤੇ ਤੂੰ ਖਾਕ ਹੈ। ਇਹਦਾ ਅਰਥ ਇਹ ਨਹੀਂ ਵੀ ਜਿਹੜੇ ਬੰਦੇ ਅੱਲਾ ਨਾਲ ਜੁੜ ਜਾਂਦੇ ਆ ਉਹਨਾਂ ਦਾ ਤਨ ਖਾਕ। ਖਾਕ ਸਾਰਿਆਂ ਦਾ ਹੀ ਹੋਣਾ ਵਾ, ਪਰ ਇਸੇ ਗੱਲ ਕੀ ਬੜੀ ਡੂੰਘੀ ਗੱਲ ਕਰ ਰਹੇ ਨੇ। ਜੇ ਅੱਲਾ ਨਾਲ ਜੁੜੇਗਾ ਤੇ ਫਿਰ ਤੇਰਾ ਜੀਵਨ ਖਾਕ ਵਰਗਾ ਨਹੀਂ ਹੋਏਗਾ, ਤੇਰਾ ਜੀਵਨ ਅਮੋਲਕ ਹੋਏਗਾ। ਜਿਵੇਂ ਤਿੱਚਰ ਵਸਿਆ ਸੁਹੇਲੜੀ ਜਿੱਚਰ ਸਾਥੀ ਨਾਲ। ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਜਦੋਂ ਤੱਕ ਮਨੁੱਖ ਦੇ ਅੰਦਰ ਸਾਥੀ ਗੁਣ ਰੱਬੀ ਯਾਦ ਵਸਦੀ ਹੈ, ਇਹ ਮਨੁੱਖ ਕਿੰਨਾ ਸੁਖੀ ਹੈ। ਤਿੱਚਰ ਵਸੇ ਸੁਹੇਲੜੀ ਜਿੱਚਰ ਸਾਥੀ ਨਾਲ। ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਮਨ ਬੈਰਾਗ ਪਿਆ, ਮਨ ਚੁਣ ਵੈਰਾਗ ਆ, ਮਨ ਚੁਣ ਤਾਂਗਾ ਦਰਸ਼ਨ ਦੇਖਣੇ ਕਾ ਚਾਹੋ। ਕਿਉਂਕਿ ਹੁਣ ਤਾਂਗਾ ਕਿ ਮੈਂ ਉਹਨੂੰ ਆਪਣੇ ਅੰਦਰੋਂ ਮਹਿਸੂਸ ਕਰ ਸਕਾਂ, ਕਿਉਂਕਿ ਜੇ ਉਹ ਤੋਂ ਬਿਨਾਂ ਤੇ ਮੈਂ ਸੁਖੀ ਰਹਿ ਨਹੀਂ ਸਕਦੀ। ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਹੋ, ਧਨ ਸੋ ਤੇਰਾ ਥਾਨ ਹੈ। ਜਿੱਚਰ ਵਸਿਆ ਕੰਤ ਘਰ। ਜਦੋਂ ਤੱਕ ਉਹ ਕੰਤ ਰੱਬੀ ਗੁਣ ਮਨੁੱਖ ਦੇ ਜੀਵਨ 'ਚ ਵਸਦੇ ਨੇ, ਜਿਉ ਜਿਉ ਸਭ ਕਹਾਤ, ਸਾਰੇ ਜਿਉ ਜਿਉ ਕਰਦੇ। ਤੁਸੀਂ ਵੇਖੋ ਬੰਦੇ ਅੰਦਰ ਗੁਣ ਹੋਣ ਤੇ ਕਿੱਦਾਂ ਰਿਸਪੈਕਟ ਹੁੰਦੀ ਹੈ, ਕਿੱਦਾਂ ਸਲਾਮਾਂ ਹੁੰਦੀਆਂ ਨੇ। ਜਾਂ ਉੱਠੀ ਚਲਸੀ ਕੰਤੜਾ ਤਾਂ ਕੋਏ ਨਾ ਪੁੱਛੇ ਤੇਰੀ ਬਾਤ। ਜਦੋਂ ਅੰਦਰੋਂ ਕੰਤ ਹੀ ਨਿਕਲ ਗਿਆ, ਜਦੋਂ ਗੁਣ ਹੀ ਨਿਕਲ ਗਿਆ, ਕਿਹਨੇ ਪੁੱਛਣਾ?
ਕੋਈ ਵੈਲਿਊ ਹੈ? ਜਦੋਂ ਤੱਕ ਦੁੱਧ ਦਿੰਦੀ ਹੈ ਗਾਂ, ਕਿੱਦਾਂ ਅੱਗੇ ਪਿੱਛੇ ਕਿਸਾਨ ਭੱਜਾ ਫਿਰਦਾ, ਕਿੱਦਾਂ ਉਹਨੂੰ ਪੱਠੇ ਪਾਉਂਦਾ, ਕਿੱਦਾਂ ਨਵਾਉਂਦਾ, ਕਿੱਦਾਂ ਉਹਦੇ ਸਿਰ 'ਤੇ ਪੱਖਾ ਲਾਉਂਦਾ। 10 ਮਿੰਟ ਗਾਂ ਘਰ ਨਾ ਆਵੇ, ਮੱਝ ਘਰ ਨਾ ਆਵੇ, ਕਿੱਦਾਂ ਲੱਭਦਾ ਫਿਰਦਾ। ਕਿਉਂ? ਦੁੱਧ ਕਰਕੇ। ਦੁੱਧ ਨਾ ਦੇਵੇ ਤੇ ਰੱਸਾ ਆਪੇ ਗਲੋਂ ਲਾ ਦਿੰਦਾ। ਕਮਾਊ ਪੁੱਤ 10 ਮਿੰਟ ਲੇਟ ਹੋ ਜਾਏ, ਕਿੱਦਾਂ ਮਾਂ ਬਾਪ, ਮਾਂ ਨੂੰ ਰੋਟੀ ਨਹੀਂ ਲੱਗਦੀ, ਬਾਰ-ਬਾਰ ਬੱਚੇ ਨੂੰ ਪੁੱਛਦੀ ਹੈ, ਪੋਤਰੇ ਪੋਤਰੀਆਂ ਨੂੰ ਪੁੱਛਦੀ ਹੈ, ਡੈਡੀ ਆਪਣੇ ਨੂੰ ਫੋਨ ਕਰੋ ਕਿੱਥੇ ਹੈ। ਲਾਗੇ ਇੱਕ ਦੂਜਾ ਪੁੱਤ ਵੀ ਹੈਗਾ ਜਿਹਨੂੰ ਪੁੱਛਿਆ ਹੀ ਨਹੀਂ। ਘਰ ਆਏ ਮਹਿਮਾਨ ਦੇ ਮਨ 'ਚ ਸਵਾਲ ਪੈਦਾ ਹੋਇਆ, ਕਹਿੰਦੇ ਇੱਕ ਪੁੱਤ ਨੂੰ ਤੁਸੀਂ 10 ਵਾਰ ਫੋਨ ਕਰ ਲਿਆ, ਇਹਨੂੰ ਇੱਕ ਵਾਰ ਵੀ ਨਹੀਂ ਪੁੱਛਿਆ। ਕਹਿੰਦੇ ਉਹਦਾ ਰੋਜ਼ ਦਾ ਹੀ ਕੰਮ ਹੈ, ਉਹ ਆਇਆ ਨਾ ਆਇਆ ਇੱਕ ਬਰਾਬਰ ਹੈ। ਗੱਲ ਵੈਲਿਊ ਗੁਣਾਂ ਦੀ ਹੈ ਨਾ, ਵੀ ਉਹ ਜਦੋਂ ਪਤਾ ਹੀ ਨਹੀਂ, ਰੋਟੀ ਬਣਾ ਕੇ ਰੱਖੀ ਉਹਨੇ ਖਾਣੀ ਨਹੀਂ। ਆ ਨਸ਼ੇੜੀ ਜਿਹੜੇ ਬਹੁਤੇ ਲੋਕ ਨਸ਼ਿਆਂ 'ਚ ਪੈ ਗਏ, ਇੱਦਾਂ ਹੀ ਆ, ਮਾਵਾਂ ਨੂੰ ਪੁੱਛ ਕੇ ਵੇਖੋ ਉਹਨਾਂ ਨੂੰ, ਉਹ ਦੁਨੀਆ 'ਤੇ ਆਏ ਨਾ ਆਏ ਇੱਕ ਬਰਾਬਰ ਹੈ। ਜਿਚਰ ਵਸਿਆ ਕੰਤ ਘਰ, ਜਦੋਂ ਅੰਦਰ ਕੰਤ ਵਸਦਾ, ਗੁਣ ਵਸਦੇ, ਚੰਗਿਆਈ ਵਸਦੀ, ਕਿੱਦਾਂ ਜੀਓ ਸਭ ਘਰ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਇਸ ਕਰਕੇ ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗਿਆ ਦੁੱਖ। ਗੁਰੂ ਨੂੰ ਮਿਲ ਕੇ ਚੱਜ ਆਚਾਰ ਸਿੱਖ, ਤੇ ਗੁਰੂ ਨੂੰ ਮਿਲੇਗਾ ਫਿਰ ਮਨ ਤੇਰਾ ਮਨ ਮਾਇਆ ਮੈਂ ਫਸ ਰਹੇ ਵਾਲੀ ਗੱਲ ਤੇ ਨਹੀਂ ਤੁਰੇਗਾ। ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ, ਇਹ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ। ਆਜ ਮਿਲਾਵਾ ਸ਼ੇਖ ਫਰੀਦ, ਅੜਾ ਆਜ ਮਿਲਾਵਾ ਦਾ ਅਰਥ ਕੀ? ਵਰਤਮਾਨ, ਹੁਣ ਦੀ ਗੱਲ ਹੋ ਰਹੀ ਹੈ। ਜਿਸ ਪਲ ਵਿੱਚ ਅਸੀਂ ਜ਼ਿੰਦਗੀ ਜੂ ਰਹੇ ਹਾਂ ਨਾ, ਉਸ ਪਲ ਦੀ ਗੱਲ ਹੋ ਰਹੀ ਹੈ, ਉਸ ਘੜੀ, ਉਸ ਸਕਿੰਟ, ਉਸ ਮਿੰਟ ਦੀ ਗੱਲ ਹੋ ਰਹੀ ਹੈ। ਆਜ ਮਿਲਾਵਾ, ਹੁਣ ਇਹ ਸਮਾਂ ਤੈਨੂੰ ਸੱਚ ਨੂੰ ਮਿਲਣ ਲਈ ਮਿਲਿਆ। ਸ਼ੇਖ ਫਰੀਦ ਪਿਆਰੇ ਅੱਲਾ ਲਗੇ, ਪਿਆਰੇ ਅੱਲਾ ਨਾਲ ਲੱਗ ਜਾ। ਇਹ ਤਨ ਨੁਕਸੀ ਖਾਕ ਨਿਮਾਣੀ ਗੌਰ ਕਰੇ। ਅੱਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ, ਟਾਕਮ ਦਾ ਅਰਥ ਰੋਕ, ਕੁੰਜੜੀਆਂ ਦਾ ਅਰਥ ਕੀ ਆ? ਇੰਦਰੀਆਂ ਨੂੰ, ਮਨੋ ਮਚਿੰਦਰੀਆਂ, ਜਿਹੜੀਆਂ ਮਨ ਵਿੱਚ ਅੱਗ ਲਾ ਕੇ ਬੈਠੀਆਂ ਹੋਈਆਂ ਨੇ। ਹੁਣ ਅੱਖਾਂ ਗਲਤ ਵੇਖਦੀਆਂ ਨੇ, ਕੰਨ ਗਲਤ ਸੁਣਦੇ ਨੇ, ਅੱਗ ਕਿੱਥੇ ਲੱਗਦੀ ਹੈ? ਮਨ 'ਚ। ਰੋਕ, ਟਾਕਮ ਰੋਕ, ਕੁੰਜੜੀਆਂ ਜਿਹੜੀਆਂ ਤੇਰੇ ਅੰਦਰ ਅੱਗ ਵਾਲ ਕੇ ਬੈਠੀਆਂ ਨੇ, ਇਹ ਇੰਦਰੀਆਂ। ਮਨੋਂ ਮਚਿੰਦਰੀਆਂ, ਜੇ ਜਾਣਾ ਮਰ ਜਾਈਏ, ਜੇ ਪਤਾ ਹੀ ਆ ਕਿ ਇਸ ਰਸਤੇ ਪਿਆ ਮੌਤ ਹੀ ਮੌਤ ਵਾ, ਤੇ ਘੁੰਮ ਨਾ ਆਈਏ, ਘੁੰਮ ਕੇ ਵੀ ਉਸ ਪਾਸੇ ਤੁਰੀਏ। ਹੁਣ ਨਸ਼ੇੜੀ ਨੂੰ ਨਹੀਂ ਪਤਾ ਵੀ ਨਸ਼ਾ ਪੀਤਿਆਂ ਮੈਨੂੰ ਮੌਤ ਹੈ, ਨਸ਼ਾ ਪੀਤਿਆਂ ਮੇਰੇ ਘਰ ਦੀ ਤਬਾਹੀ ਹੋਣੀ ਹੈ, ਘੁੰਮ ਕੇ ਵੀ ਉਸ ਬੰਨੇ ਨਹੀਂ ਤੁਰਨਾ ਚਾਹੀਦਾ। ਜੇ ਜਾਣਾ, ਜੇ ਤੈਨੂੰ ਪਤਾ ਲੱਗ ਗਿਆ ਵਾ, ਜੇ ਤੂੰ ਜਾਣਦਾ ਵਾ, ਜੇ ਜਾਣਾ ਮਰ ਜਾਈਏ, ਜੇ ਇਸ ਗੱਲ ਨੂੰ ਜਾਣ ਲਈਏ ਕਿ ਮਰ ਜਾਣਾ ਵਾ, ਕਿੱਦਾਂ ਕਿ ਆ ਜੇ ਮੈਂ ਕੰਮ ਕੀਤਾ ਤੇ ਮੇਰੀ ਮੌਤ, ਘੁੰਮ ਨਾ ਆਈਏ, ਘੁੰਮ ਕੇ ਪਲਟ ਕੇ, ਭਾਵ ਭੁੱਲ ਕੇ ਵੀ ਉਸ ਰਸਤੇ ਤੇ ਨਾ ਪਈਏ। ਜੇ ਜਾਣਾ ਮਰ ਜਾਈਏ, ਘੁੰਮ ਨਾ ਆਈਏ। ਤੇ ਨਾਲ ਸ਼ਬਦ ਕਿਹੜਾ ਪਿਆਰਾ ਵਰਤੇ, ਝੂਠੀ ਦੁਨੀਆ ਲੱਗ ਨਾ ਆਪ ਵੰਜਾਈਏ। ਹੁਣ ਝੂਠੀ ਦੁਨੀਆ ਹੀ ਹੈ ਨਾ, ਝੂਠੀ ਦੁਨੀਆ ਜਦੋਂ ਲੱਗਦਾ ਤੇ ਆਪਣੇ ਆਪ ਨੂੰ ਖੁਆਰ ਕਰਦਾ, ਖੱਜਲ ਨਹੀਂ ਹੁੰਦਾ ਤੂੰ। ਮਨ ਮਾਇਆ ਮੈਂ ਫਦ ਰਹੇ ਹੋ, ਵਿਸਰਿਓ ਗੋਬਿੰਦ ਨਾਮ। ਫਿਰ ਗੁਰੂ ਪਾਤਸ਼ਾਹ ਕਹਿੰਦੇ ਨੇ, ਜੀਵਨ ਕੌਨੇ ਕੰਮ, ਤੇਰਾ ਜੀਵਨ ਕਿਹੜੇ ਕਿਸੇ ਕੰਮ ਹੈ? ਕਿਉਂਕਿ ਤੂੰ ਕਹੋ ਨਾਨਕ ਬਿਨ ਹਰ ਭਜਨ, ਹੇ ਨਾਨਕ ਤੂੰ ਹਰੀ ਦੇ ਭਜਨ ਤੋਂ ਬਿਨਾਂ, ਮਾਲਕ ਦੀ ਯਾਦ ਤੋਂ ਬਿਨਾਂ ਜੀਵਨ ਕੌਨੇ ਕੰਮ, ਤੇਰਾ ਜੀਵਨ ਕਿਸ ਅਰਥ ਰਹਿ ਗਿਆ ਵੇ? ਜੇ ਜਾਣਾ ਮਰ ਜਾਈਏ, ਘੁੰਮ ਨਾ ਆਈਏ, ਝੂਠੀ ਦੁਨੀਆ ਲੱਗ ਨਾ ਆਪ ਬੰਜਾਈਏ। ਫਿਰ ਕੀ ਕਰੀਏ? ਬੋਲੀਏ ਸੱਚ ਧਰਮ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਗੁਰ ਦੱਸੈ ਵਾਟ, ਜੋ ਗੁਰੂ ਵਾਟ ਦੱਸਦਾ, ਜੋ ਗੁਰੂ ਰਸਤਾ ਦੱਸਦਾ, ਮੁਰੀਦਾਂ ਜੋਲੀਏ। ਮੁਰੀਦ ਬਣ ਕੇ, ਸੇਵਕ ਬਣ ਕੇ ਉਸ ਰਸਤੇ ਤੋਂ ਸੈਲ ਲਗੰਦੇ ਪਾਰ, ਗੋਰੀ ਮਨ ਧੀਰਿਆ। ਸੈਲ ਲਗੰਦੇ ਪਾਰ ਦਾ ਅਰਥ ਹੈ ਜਦੋਂ ਕੋਈ ਨਦੀ ਨੂੰ ਤੁਸੀਂ ਵੇਖੋ ਨਾ, ਬਾਂਹ ਕੇ ਨੌਜਵਾਨ ਜਦੋਂ ਉਸ ਨਦੀ ਨੂੰ ਪਾਰ ਕਰਦੇ ਆ, ਤੇ ਕਮਜ਼ੋਰ ਦਿਲ ਵਾਲੇ ਜਿਹੜੇ ਆ, ਉਹਨਾਂ ਦੇ ਮਨ 'ਚ ਚਾਅ ਪੈਦਾ ਹੁੰਦਾ ਵੀ ਅਸੀਂ ਵੀ ਪਾਰ ਕਰੀਏ, ਵੀ ਅਸੀਂ ਵੀ ਇਹ ਨਦੀ ਪਾਰ ਕਰੀਏ। ਜਿਹੜੇ ਗੁਣਾਂ ਵਾਲੇ ਜਦੋਂ ਉਸ ਨਦੀ ਨੂੰ ਪਾਰ ਕਰਦੇ ਆ, ਜਦੋਂ ਆਪਾਂ ਕਹਿੰਦੇ ਇੱਕ ਵੱਲ ਵੇਖ ਕੇ ਰੰਗ ਚੜ੍ਹਦਾ, ਜਦੋਂ ਇੱਕ ਬੰਦਾ ਚੰਗੇ ਕੰਮ ਕਰਕੇ ਸਮਾਜ ਵਿੱਚ ਉੱਚਾ ਰੁਤਬਾ ਹਾਸਲ ਕਰਦਾ, ਫਿਰ ਆਮ ਕਮਜ਼ੋਰ ਮਨਾਂ ਵਾਲੇ ਦੇ ਮਨ 'ਚ ਵੀ ਖਿਆਲ ਹੁੰਦਾ, ਮੈਂ ਵੀ ਇੱਦਾਂ ਕਰ ਸਕਦਾ ਯਾਰ, ਮੈਂ ਕਿਉਂ ਨਹੀਂ ਕਰ ਸਕਦਾ। ਸੈਲ ਲਗੰਦੇ ਪਾਰ, ਗੋਰੀ ਮਨ ਧੀਰਿਆ। ਜਿਹੜੇ ਕਮਜ਼ੋਰ ਮਨ ਵਾਲੀਆਂ ਜੀਵ ਇਸਤਰੀਆਂ ਸੀ, ਉਹਨਾਂ ਦੇ ਮਨ ਵਿੱਚ ਧੀਰਜ ਫੜਿਆ ਵੀ ਅਸੀਂ ਵੀ ਇਹ ਕੰਮ ਕਰ ਸਕਦੇ। ਕੰਚਨ ਵੰਨੇ ਪਾਸੇ ਕਲਵਤ ਚੀਰਿਆ,
ਕੰਚਨ ਵੰਨੇ ਪਾਸੇ ਦਾ ਅਰਥ ਆ ਉਹ ਕੰਚਨ ਵਾਲੇ ਪਾਸੇ ਹੋ ਗਏ, ਭਾਵ ਉਹਨਾਂ ਨੇ ਆਪਣੀ ਕਾਇਆ ਨੂੰ ਸੋਨੇ ਵਰਗਾ ਬਣਾ ਲਿਆ, ਭਾਵ ਉਹ ਸੱਚ ਦੇ ਰਸਤੇ 'ਤੇ ਤੁਰ ਪਏ। ਕੰਚਨ ਵੰਨੇ ਪਾਸੇ, ਜਿਵੇਂ ਆਮ ਹੀ ਆਪਾਂ ਸਮਾਜ ਵਿੱਚ ਕਹਿੰਦੇ ਇਹਦੀ ਕਾਇਆ ਕੰਚਨ ਵਰਗੀ ਆ। ਫਿਰ ਉਹਨਾਂ ਨੇ ਕੰਚਨ ਵੰਨੇ ਪਾਸੇ, ਉਹਨਾਂ ਨੇ ਆਪਣੇ ਆਪ ਨੂੰ ਕੰਚਨ ਵਾਲੇ ਪਾਸੇ ਕਰ ਲਿਆ, ਭਾਵ ਉਹਨਾਂ ਨੇ ਵੀ ਆਪਣੀ ਕਾਇਆ ਨੂੰ ਨਰੋਈ ਕਰ ਲਿਆ, ਕਲਵਤ ਚੀਰਿਆ। ਜਿਵੇਂ ਆਰੇ ਨਾਲ ਕੋਈ ਚੀਜ਼ ਚੀਰੀ ਨਹੀਂ ਜਾਂਦੀ, ਉਹਨਾਂ ਨੇ ਆਪਣੇ ਆਪ ਨੂੰ ਬੁਰਾਈ ਨਾਲੋਂ ਚੀਰ ਕੇ ਪਰਾਂ ਕਰ ਲਿਆ, ਖਤਮ ਕਰ ਲਿਆ। ਕਿਉਂ? ਕਿਉਂਕਿ ਸਮਝ ਆ ਗਈ ਵੀ ਆਜ ਮਿਲਾਵਾ ਵਾ। ਉਹਨਾਂ ਨੂੰ ਪਤਾ ਆ ਗਈ ਵੀ ਟਾਕ ਮੁਕੁੰਜੜੀਆਂ ਵੀ ਰੋਕਣਾ ਪੈਣਾ, ਤਾਂ ਗੱਲ ਬਣਨੀ। ਵਕਾਰੀ ਬੰਦੇ ਨੂੰ ਵੀ ਆਪਣੇ ਆਪ ਨੂੰ ਚੀਰ ਕੇ ਵਕਾਰਾਂ ਤੋਂ ਪਰਾਂ ਕਰਨਾ ਪੈਣਾ, ਪਰਾਂ ਵੀ। ਹੁਣ ਇਹ ਨਹੀਂ ਵੀ ਨਾਲ ਜੋੜ ਕੇ ਰੱਖੋ ਵੀ ਨਹੀਂ ਭਾਈ ਹੁਣ ਅੱਜ ਤੋਂ ਬਾਅਦ ਖਤਮ ਕਹਾਣੀ, ਅੱਜ ਤੋਂ ਬਾਅਦ ਨਸ਼ਾ ਬੰਦ, ਕਲਵਤ ਚੀਰਿਆ। ਤੋ ਇਹ ਸ਼ਬਦ ਸਾਨੂੰ ਸਮਝਾ ਰਹੇ ਇਹ ਕਦੋਂ ਹੋਏਗਾ? ਜੇ ਮਨ ਮਾਇਆ ਮੈਂ ਫਦ ਰਹੇ ਹੋਇਆ ਤੇ ਗੋਬਿੰਦ ਨਾਮ ਤੇ ਭੁੱਲਣਾ ਹੀ ਭੁੱਲਣਾ। ਇੱਥੇ ਪਾਸੇ 'ਚ ਕਹਿੰਦੇ ਨੇ ਮਨ ਮਾਇਆ ਮੈਂ ਫਦ ਰਹੇ ਹੋ, ਬਿਸਰਿਓ, ਭੁੱਲ ਗਿਆ ਗੋਬਿੰਦ ਨਾਮ। ਗੋਬਿੰਦ ਦਾ ਨਾਮ ਭੁੱਲ ਗਿਆ, ਮਨ ਮਾਇਆ ਵਿੱਚ ਫਸਿਆ ਪਿਆ ਸੀ। ਕਹੋ ਨਾਨਕ ਬਿਨ ਹਰ ਭਜਨ, ਹੇ ਨਾਨਕ ਆਖ ਬਿਨਾਂ ਹਰੀ ਦੇ ਭਜਨ ਤੋਂ, ਬਿਨਾਂ ਮਾਲਕ ਦੀ ਯਾਦ ਤੋਂ, ਉਹਦੀ ਇਬਾਦਤ ਤੋਂ, ਉਹਦੇ ਸਿਮਰਨ ਤੋਂ ਕਹਿ ਲਓ ਤੁਸੀਂ, ਜੀਵਨ ਕੌਨੇ ਕਾਮ, ਜੀਵਨ ਕਿਸ ਕੰਮ ਰਹਿ ਗਿਆ, ਕਿਸ ਅਰਥ ਰਹਿ ਗਿਆ। ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ, ਭਾਵਨਿਤ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨ ਇਹ ਮਨ ਲਾਇਆ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾਦੀ ਤਿਸ ਕੀ ਭਾਉ ਭਗਤ ਨਹੀਂ ਸਾਧੀ। ਪਰ ਧਨ ਪਰਤੀ ਨਿੰਦਾ, ਆ ਆਇਆ ਵਾ ਗੁਣ ਜਿਹੜਾ ਰੋਜ਼ ਹੋ ਰਿਹਾ। ਪਰ ਅਪਵਾਦ ਨਾ ਛੂਟੇ, ਆਵਾਗਮਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੂਟੇ। ਜੇ ਕਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਇੱਕ ਨਿਮਖ ਮਾਤਰ ਵੀ ਉੱਥੇ ਜਾਣ ਨੂੰ ਦਿਲ ਨਹੀਂ ਕਰਦਾ ਜਿੱਥੇ ਕਥਾ ਹੁੰਦੀ, ਜਿੱਥੇ ਚੰਗੀਆਂ ਵਿਚਾਰਾਂ ਹੁੰਦੀਆਂ ਨੇ। ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਉਹਨਾਂ ਨਾਲ ਹੀ ਵਾਸਾ ਹੈ, ਉਹਨਾਂ ਨਾਲ ਹੀ ਸੰਬੰਧ ਹੈ। ਚੰਗੀਆਂ ਥਾਵਾਂ ਤੇ ਦਾਨ ਤੇ ਕਿਹਨਾਂ ਦਾ? ਜਿਹਦਾ ਮਨ ਮਾਇਆ ਮੈਂ ਫਦ ਰਹੇ ਹੋ। ਕਾਮ ਕ੍ਰੋਧ ਮਾਇਆ ਮਦ ਮਤਸਰ, ਕਾਮ ਦੀ, ਕ੍ਰੋਧ ਦੀ, ਮਾਇਆ ਮਦ ਮਤਸਰ, ਇਹ ਸੰਪੈ ਮੋਹ ਮਾਹੀ, ਇਹ ਸੰਪਤੀ ਹੈ ਜੈ। ਤੇ ਕਿਹੜੀ ਜਾਇਦਾਦ ਆ? ਜਿਹੜੀ ਅੰਦਰ ਨਹੀਂ ਹੈਗੀ ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨ ਅੰਤਰ ਨਹੀਂ। ਇਹਦਾ ਤਾਂ ਕਦੀ ਸੁਪਨਾ ਵੀ ਨਹੀਂ ਆਇਆ। ਇਹੋ ਸੀ ਕਾਚਾ ਧਨ ਸੰਚੇ ਮੂਰਖ ਗਵਾਰ, ਮਨਮੁਖ ਭੂਲੇ ਅੰਧ ਗਵਾਰ। ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ, ਨਾ ਜ਼ਿੰਦਗੀ ਜਿਉਣ ਦੇ ਕੰਮ ਆਉਂਦਾ, ਨਾ ਪ੍ਰਾਪਤ ਹੋਏ, ਨਾ ਇਹਦੇ ਵਿੱਚੋਂ ਕੋਈ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ। ਹਾਂ, ਸੱਚਾ ਧਨ ਗੁਰਮਤੀ ਪਾਏ, ਸੱਚਾ ਧਨ ਗੁਰੂ ਦੀ ਮੱਤ ਉੱਤੇ ਤੁਰਿਆ ਪ੍ਰਾਪਤ ਹੁੰਦਾ ਹੈ। ਕਾਚਾ ਧਨ ਫੁਨ ਆਵੇ ਜਾਏ। ਜਦੋਂ ਅਸੀਂ ਗੁਰੂ ਸਾਹਿਬ ਦੇ ਇਹਨਾਂ ਬਚਨਾਂ ਨੂੰ ਇੰਝ ਸਮਝਾਂਗੇ ਤੇ ਜ਼ਿੰਦਗੀ ਜਿਉਣ ਦਾ ਬਹੁਤ ਪਿਆਰਾ ਆਨੰਦ ਆਏਗਾ। ਆਓ ਆਪਣੇ ਮਨ ਨੂੰ ਇਹ ਵਿਸ਼ਿਆਂ ਵਿਕਾਰਾਂ ਵਿੱਚ ਜਿਹੜਾ ਫਸਿਆ ਪਿਆ ਹੈ, ਇਹ 'ਚੋਂ ਬਾਹਰ ਕੱਢੀਏ ਤੇ ਮਾਲਕ ਦੀ ਯਾਦ ਵਿੱਚ ਇਹਨੂੰ ਜੋੜਨ ਦਾ ਯਤਨ ਕਰੀਏ। ਤਾਂ ਹੀ ਸਾਡਾ ਜੀਵਨ ਕਿਸੇ ਅਰਥ ਹੋ ਸਕਦਾ ਹੈ, ਜੀਵਨ ਖੂਬਸੂਰਤ ਬਣ ਸਕਦਾ ਹੈ, ਜੀਵਨ ਵਧੀਆ ਬਣ ਸਕਦਾ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਦਾ ਸਾਡੇ ਧਰਮ ਦੇ ਨਾਂ 'ਤੇ ਤੂੰ ਬਾਕੀ ਡੰਬਰ ਕਰਦਾ। ਅਵਰ ਕਾਜ ਤੇਰੇ ਕਿਤੇ ਨਾ ਕੰਮ, ਮੇਰੇ ਸਾਧ ਸੰਗਤ ਭਜ ਕੇਵਲ ਨਾਮ। ਕਰਮ ਧਰਮ ਪਾਖੰਡ ਜੋ ਦਿਸੇ, ਜਿਹੜੇ ਪਖੰਡ ਆ ਧਰਮ ਦਾ ਨਾਲ ਕੀਤੇ ਹੋਏ ਕਰਮ। ਤਿੰਨ ਜਮ ਜਾਗਾਤੀ ਲੂਟੇ, ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਨਿਮਕ ਸਿਮਰਤ ਜਿਤ ਛੂਟੈ, ਸੰਤੋਂ ਸਾਗਰ ਪਾਰ ਉਤਰੀਏ। ਸੰਤ ਗੁਰੂ ਤੋਂ ਹੀ ਪਾਰ ਲੰਘਿਆ ਜਾ ਸਕਦਾ ਹੈ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਇਹ ਪਾਵਨ ਸ਼ਲੋਕ ਜਿਸ ਵਿੱਚ ਗੁਰੂ 9ਵੇਂ ਪਾਤਸ਼ਾਹ ਬਹੁਤ ਕਮਾਲ ਦਾ ਬਚਨ, ਬਹੁਤ ਪਿਆਰੀ ਸਿੱਖਿਆ ਦੇ ਰਹੇ ਨੇ। 30 ਨੰਬਰ ਸ਼ਲੋਕ ਹੈ ਕਿ ਮਨ ਮਾਇਆ ਮੈਂ ਫਦ ਰਹੇ ਹੋ। ਮਨ ਮਾਇਆ ਵਿੱਚ ਫਸਿਆ ਪਿਆ, ਖੁੱਭਿਆ ਪਿਆ ਹੈ, ਅਤੇ ਇਹਦਾ ਅਸਰ ਕੀ ਪਿਆ? ਬਿਸਰਿਓ ਗੋਬਿੰਦ ਨਾਮ। ਗੋਬਿੰਦ ਦਾ ਨਾਮ ਇਹਨੇ ਆਪਣੀ ਸੁਰਤ ਵਿੱਚੋਂ ਭੁਲਾ ਦਿੱਤਾ ਹੈ। ਕਹੋ ਨਾਨਕ ਬਿਨ ਹਰ ਭਜਨ, ਹੇ ਨਾਨਕ ਆਖ ਬਿਨਾਂ ਹਰੀ ਦੇ ਭਜਨ ਤੋਂ ਜੀਵਨ ਕੌਨੇ ਕਾਮ। ਜੀਵਨ ਕਿਹੜੇ ਕੰਮ? ਕੌਨੇ ਕੰਮ ਦਾ ਅਰਥ ਕੁਐਸਚਨ ਮਾਰਕ ਹੈ ਵੀ ਜੀਵਨ ਕਿਸ ਕੰਮ ਆ? ਜਿਹਨੂੰ ਆਪਾਂ ਇਹ ਕਹੀ ਵੀ ਜੇ ਇਹ ਨਹੀਂ, ਜੇ ਤੂੰ ਨਾਮ ਹੀ ਭੁਲਾਤਾ ਤਾਂ ਜੀਵਨ ਕਿਸ ਕੰਮ ਰਹਿ ਗਿਆ ਤੇਰਾ? ਕਿਉਂਕਿ ਮਤਲਬ ਮੇਨ ਕੰਮ ਤਾਂ ਇਹ ਸੀ ਨਾ, ਬਾਕੀ ਦੇ ਨਾਲ ਜੁੜੇ ਹੋਏ ਸੀ ਸਾਰਾ ਕੁਝ। ਜੀਵਨ ਕੌਨੇ ਕਾਮ। ਤੋ ਆਓ ਸਾਧ ਸੰਗਤ ਜੀ, ਇਹ ਪਾਵਨ ਸ਼ਲੋਕ 1428 ਨੰਬਰ ਅੰਕ 'ਤੇ ਗੁਰੂ ਗ੍ਰੰਥ ਸਾਹਿਬ ਜੀ ਵੀ ਸੁਭਾਇਮਾਨ ਹੈ। ਕੋਸ਼ਿਸ਼ ਕਰਿਆ ਕਰੋ ਇੱਕ ਇੱਕ ਸ਼ਲੋਕ ਵੀ ਆਪਾਂ ਪੜ੍ਹਦੇ ਜਾਈਏ, ਵਿਚਾਰਦੇ ਜਾਈਏ, ਅਤੇ ਸੰਗਤਾਂ ਤੱਕ ਵੀ ਅੱਗੇ ਆਪਾਂ ਇਹ ਮੈਸੇਜ ਪਹੁੰਚਾਈਏ ਵੀ ਬਹੁਤ ਪਿਆਰਾ ਉਪਦੇਸ਼ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ।
ਜ਼ਿੰਦਗੀ ਨੂੰ ਖੂਬਸੂਰਤ ਬਣਾਈਏ ਗੁਰੂ ਦੇ ਇਸ ਸੋਹਣੇ ਗਿਆਨ ਦੇ ਨਾਲ। ਅਦਬ ਸਤਿਕਾਰ ਨਾਲ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।